गुड मॉर्निंग स्टूडेंट्स। ਅੱਜ ਆਪਾਂ ਦੇਖਣਾ ਹੈ ਕਿ ਅਗਰ cos ਤੇ sin ਦੀ ਪ੍ਰੋਡਕਟ ਹੋਵੇ ਉਸ ਨੂੰ ਕਿੱਦਾਂ ਆਪਾਂ ਸੀਰੀਜ਼ ਆਫ sin ਜਾਂ cosine ਦੇ ਵਿੱਚ ਐਕਸਪੈਂਡ ਕਰਨਾ ਹੈ। ਆਲਰੇਡੀ ਆਪਾਂ ਦੇਖਿਆ ਸੀਗਾ ਕਿ ਇਕੱਲਾ cos ਦੀ ਪਾਵਰ ਹੋਵੇ ਕੁਝ 6 7 ਤਾਂ ਉਹਨੂੰ ਐਕਸਪੈਂਡ ਕਰਦਾ ਜਾਂ sin ਦੀ ਪਾਵਰ ਹੋਵੇ। ਅਗਰ ਦੋਨਾਂ ਦੀ ਪ੍ਰੋਡਕਟ ਹੈ ਤੇ ਥੋੜਾ ਜਿਹਾ ਹਾਇਰ ਆਰਡਰ ਦਾ ਜਿਹੜਾ ਕੁਐਸਚਨ ਹੈ ਇਹਦੇ ਲਈ पहला तो वही सेम स्टेप है कि x की वैल्यू cos थीटा प्लस योटा sin थीटा then 1 upon x is cos थीटा minus योटा sin थीटा then their sum x plus 1 upon x will become 2 cos थीटा तो x minus 1 upon x is 2 योटा sin थीटा। Similarly अगर x साडा सिस थीटा है तो x raised to power n will be सिस n थीटा थे n थीटा इत्थे भी n थीटा ना so and their sum and their difference it will be 2 cos n theta and 2 iota sin n theta। ਹੁਣ ਆਪਾਂ ਆਉਂਦੇ ਕੁਐਸਚਨ ਤੇ ਇਹ ਤਾਂ ਆਪਣਾ ਪਹਿਲਾ ਬੇਸਿਕ ਹੈ ਜੋ ਆਪਾਂ ਕਰਨਾ ਹੁੰਦਾ ਲਿਖਣਾ ਹੁੰਦਾ ਫॉर द क्वेश्चन। नाउ दिस इज द क्वेश्चन in which we have to find the expansion of cos raised to power 5 into sin raised to power 7। तो फर्स्ट स्टैप की है ਇਹਦੇ ਵਿੱਚ ਕਿ ਜੋ ਆਪਾਂ ਉੱਪਰ ਵੈਲਿਊਜ਼ ਲਿਖੀਆਂ ਜਿੱਥੇ ਸਮ ਕੀਤਾ ਸੀਗਾ ਤਾਂ cos ਬਣ ਗਿਆ ਸੀ ਤਾਂ 2 cos theta will be x plus 1 upon x and 2 iota sin theta is x minus 1 upon x। so ਉਹਨਾਂ ਦੀ ਪਾਵਰ ਆਪਾਂ 7 ਇਨਕਰੀਜ਼ ਕਰਤੇ ਔਨ ਬੋਥ ਸਾਈਡ। ਹੁਣ ਇਸ ਤੋਂ ਬਾਅਦ ਅਸੀਂ ਕੀ ਕਰਨਾ ਆ ਵੀ ਹੈਵ ਟੂ ਸੀ ਕਿ ਜਿਹੜੇ ਆਪਾਂ ਇਹ ਕਰ ਰਹੇ ਸਾਈਨ ਜਾਂ cos ਦੀ ਐਕਸਪੈਂਸ਼ਨ ਆਪਾਂ ਲਿਖ ਲਈ ਇਸ ਫਾਰਮ 'ਚ x ਦੀ ਫਾਰਮ 'ਚ ਲਿਖੀ ਜਾ ਸਕਦੀ ਆ। ਇਹਦੇ ਵਿੱਚ ਜਿਹੜੀ ਪਾਵਰ ਜ਼ਿਆਦਾ ਆ ਜਿੱਦਾਂ x minus 1 upon x ਦੀ ਪਾਵਰ 7 ਆ तो पहला आपां इनू एक्सपैंड करना है ਇਹਦੇ ਕੋਫੀਸ਼ੀਐਂਟ ਲਿਖਨੇ ਆ। यू कैन राइट द कोफिशिएंट अकॉर्डिंग टू पास्कल ट्रायंगल रूल और बाई बायनोमियल कोफिशिएंट ਜਿਹੜਾ NCR ਦਾ ਮੈਥਡ ਹੁੰਦਾ ਹੈ ਉਹਦੇ ਅਕੋਰਡਿੰਗਲੀ ਵੀ ਲਿਖ ਸਕਦੇ ਹਾਂ। तो ਆਪਾਂ ਨੂੰ ਪਤਾ ਹੈ ਕਿ ਜੇ ਪਾਵਰ 7 ਹੋਵੇ ਤਾਂ ਕੋਫੀਸ਼ੀਐਂਟ ਕੀ ਹੁੰਦੇ ਆ 1 7 21 35 ਯੂ ਕੈਨ ਸੀ ਪਾਸਕਲ ਟ੍ਰਾਇੰਗਲ ਦੇ ਵਿੱਚ 7 ਦੇ ਅਕੋਰਡਿੰਗਲੀ ਇਹ ਵਾਲੇ ਆਉਂਦੇ ਆ। ਹੁਣ ਇਹ ਕਿਉਂਕਿ ਟਰਮ ਸੀਗੀ x ਮਾਈਨਸ 1 ਅਪੋਨ x ਤੋਂ ਨੈਗੇਟਿਵ ਸੀਗਾ ਤਾਂ ਜਦੋਂ ਨੈਗੇਟਿਵ ਆ ਜਾਵੇ ਬਾਇਨੋਮੀਅਲ ਐਕਸਪੈਂਸ਼ਨ ਦੇ ਵਿੱਚ ਟਰਮ ਤਾਂ ਫਿਰ ਜਿਹੜੀਆਂ ਕੋਫੀਸ਼ੀਐਂਟ ਹੁੰਦੇ ਇੱਕ ਪੋਜ਼ਿਟਿਵ ਇੱਕ ਨੈਗੇਟਿਵ ਇਸ ਤਰੀਕੇ ਨਾਲ ਵੀ ਵਿਲ ਸਟਾਰਟ ਵਿਦ ਪੋਜ਼ਿਟਿਵ। ਸੋ ਇਹ ਜਿਹੜੇ ਕੋਫੀਸ਼ੀਐਂਟ ਆਣੇ ਆ ਪਹਿਲਾਂ 1 ਪੋਜ਼ਿਟਿਵ ਫਿਰ 7 ਨੈਗੇਟਿਵ ਫਿਰ 21 ਪੋਜ਼ਿਟਿਵ 35 ਨੈਗੇਟਿਵ ਇਸੇ ਤਰੀਕੇ ਨਾਲ ਅਸੀਂ ਕੰਪਲੀਟ ਕੋਫੀਸ਼ੀਐਂਟ ਪਾਵਰ 7 ਦੇ ਅਕੋਰਡਿੰਗਲੀ ਲਿਖ ਲਏ ਪਾਸਕਲ ਟ੍ਰਾਇੰਗਲ ਦੇ ਵਿੱਚੋਂ ਪੁਟਿੰਗ ਦੀ ਸਾਈਨ ਆਫ ਮਾਈਨਸ ਅਲਟਰਨੇਟਿਵਲੀ। ਉਸ ਤੋਂ ਬਾਅਦ ਵਾਟ ਇਜ਼ ਦ ਨੈਕਸਟ ਸਟੈਪ ਪਹਿਲਾਂ ਤਾਂ ਲਿਖ ਲੈਣਾ ਇਹਦੀ ਐਕਸਪੈਂਸ਼ਨ 'ਚ ਜਿਹੜੇ ਵੀ ਸਾਡੇ ਕੋਲ ਸਾਈਨ ਆਉਂਦੇ ਆ ਅਤੇ ਜਿਹੜੇ ਵੀ ਕੋਫੀਸ਼ੀਐਂਟ ਆਉਂਦੇ ਆ। ਹੁਣ ਉਸ ਤੋਂ ਬਾਅਦ ਇਹਨੂੰ ਮਲਟੀਪਲਾਈ ਕਰਨਾ ਇਹਦੇ ਨਾਲ ਮਲਟੀਪਲਾਈ ਕਰਕੇ ਬਸ ਸਾਨੂੰ ਪਤਾ ਚੱਲੇਗਾ ਕਿ ਕੀ ਆਉਂਦੇ ਇਹਦੇ ਟਰਮਸ ਕੀ ਬਣਦੀਆਂ। ਸੋ ਇਹਨੂੰ ਮਲਟੀਪਲਾਈ ਕਿਸ ਤਰੀਕੇ ਨਾਲ ਕਰਨਾ ਕਿ ਇਹਦੇ ਕੋਫੀਸ਼ੀਐਂਟ ਲਿਖ ਲਏ ਪਾਵਰ 7 ਵਾਲੀ ਟਰਮ ਦੇ ਅਤੇ ਜਿਹੜੀ ਪਾਵਰ 5 ਵਾਲੀ ਟਰਮ ਆ ਉਹਦੇ ਕੋਫੀਸ਼ੀਐਂਟ x ਦਾ ਕੋਫੀਸ਼ੀਐਂਟ 1 ਅਤੇ 1 ਅਪੋਨ x ਦਾ ਕੋਫੀਸ਼ੀਐਂਟ ਵੀ 1 ਹੈ ਦੋਨੋਂ ਪੋਜ਼ੀਟਿਵ ਹੈ ਠੀਕ ਹੈ। ਤਾਂ ਆਪਾਂ ਇਹਦੇ ਨਾਲ ਇਹਨੂੰ ਮਲਟੀਪਲਾਈ ਕਰਨਾ 5 ਟਾਈਮਸ ਕਿਉਂਕਿ ਪਾਵਰ 5 ਹੈ ਤਾਂ 5 ਟਾਈਮਸ ਆਪਾਂ ਇਹਨੂੰ ਮਲਟੀਪਲਾਈ ਕਰਾਂਗੇ। ਸੋ ਆਹ ਕੋਫੀਸ਼ੀਐਂਟ ਲਿਖ ਲੈ ਅਤੇ ਨਾਲ ਆਹ ਕੋਫੀਸ਼ੀਐਂਟ ਹੈਗੇ x ਪਲੱਸ 1 ਅਪੋਨ x ਦੇ ਕੋਰਸਪੋਂਡਿੰਗਲੀ 1 1। ਹੁਣ ਇਹਨੂੰ ਮਲਟੀਪਲਾਈ ਕਿਸ ਤਰੀਕੇ ਨਾਲ ਕਰਨਾ ਪਹਿਲਾਂ 1 ਨੂੰ ਮਲਟੀਪਲਾਈ ਕਰ ਦਿੱਤਾ ਸਾਰੇ ਕੋਫੀਸ਼ੀਐਂਟ ਨਾਲ ਉਹ ਸੇਮ ਹੀ ਰਹਿ ਜਾਣਗੇ। ਫਿਰ ਦੂਸਰੇ ਇਸ 1 ਨਾਲ ਜਦੋਂ ਕਰਨਾ ਨਾ ਤਾਂ ਇਹਦੇ ਨੀਚੇ ਇੱਥੇ ਆਪਾਂ ਪਲੇਸ ਛੱਡ ਦੇਣੀ ਆ। ਵੀ ਵਿਲ ਸਟਾਰਟ ਫਰੋਮ 1 ਟਰਮ ਅਹੈਡ। ਸੋ ਇਹ ਤੋਂ ਆਪਾਂ ਮਲਟੀਪਲਾਈ ਇਸੇ ਤਰੀਕੇ ਨਾਲ ਕਰਨਾ ਇਹੀ ਕੋਫੀਸ਼ੀਐਂਟ ਆਣੇ ਬਟ ਇੱਕ ਟਰਮ ਛੱਡ ਕੇ ਫਿਰ ਇੱਧਰੋਂ ਇੱਕ ਟਰਮ ਜਿਹੜੀ ਅੱਗੇ ਇਹਦੇ ਨਿਕਲ ਜਾਏਗੀ। ਸੋ ਇਹਨਾਂ ਦੋਨਾਂ ਨੂੰ ਫਿਰ ਆਪਾਂ ਐਡ ਕਰ ਦੇਣਾ ਜਿੰਨਾ ਜਿਹੜੇ ਆ ਦੋਨੋਂ ਕੋਫੀਸ਼ੀਐਂਟ ਆਏ ਨਾ ਪਹਿਲਾਂ 1 ਨਾਲ ਮਲਟੀਪਲਾਈ ਕਰਕੇ ਫਿਰ ਦੂਸਰਾ ਵੀ 1 ਜਾਂ 1 ਨਾਲ ਮਲਟੀਪਲਾਈ ਕੀਤਾ ਲੇਕਿਨ ਵੀ ਹੈਵ ਟੂ ਕੀਪ 1 ਸਪੇਸ ਐਮਟੀ ਹੇਅਰ ਅਤੇ ਇਹਨੂੰ ਫਿਰ ਐਡ ਕਰ ਲੈਣਾ ਅਤੇ 1 ਆ ਗਿਆ 7 ਮਾਈਨਸ 7 ਪਲੱਸ 1 ਇਜ਼ ਮਾਈਨਸ 6 ਐਂਡ 21 ਮਾਈਨਸ 7 ਇਜ਼ 14 ਐਂਡ ਸਿਮਿਲਰ ਵੇ ਆ ਸਾਰਾ ਐਡੀਸ਼ਨ ਕਰਕੇ ਆ ਗਿਆ। ਸੋ ਇੱਥੇ ਆਪਾਂ ਨੰਬਰ 1 ਲਿਖਿਆ ਹੋਇਆ ਇਹਦਾ ਮਤਲਬ ਇਹ ਆ ਕਿ ਇੱਕ ਵਾਰੀ ਮਲਟੀਪਲਾਈ ਕਰ ਲਿਆ ਇਹਦੀ ਪਾਵਰ ਹੈਗੀ 5 ਤਾਂ ਆਪਾਂ 5 ਟਾਈਮਸ ਆ ਚੀਜ਼ ਰਿਪੀਟ ਕਰਨੀ ਆ। ਤਾਂ ਪਹਿਲਾਂ ਇੱਕ ਵਾਰੀ ਕਰ ਲਿਆ ਉਸ ਤੋਂ ਬਾਅਦ ਹੁਣ ਆਪਾਂ ਜਿਹੜਾ ਆਨਸਰ ਆਇਆ ਨਾ ਆ ਫਸਟ ਸਟੈਪ ਦਾ ਆਨਸਰ ਹੈ ਦਿਸ 1 ਉਹਨੂੰ ਫਿਰ ਤੋਂ 1 1 ਨਾਲ ਮਲਟੀਪਲਾਈ ਕਰਨਾ ਸੇਮ ਵੇ ਨਾਲ ਪਹਿਲਾਂ ਇਸ 1 ਨਾਲ ਮਲਟੀਪਲਾਈ ਕੀਤਾ ਟਰਮ ਆ ਗਈ ਸਾਰੀ ਫਿਰ ਦੂਸਰੇ 1 ਨਾਲ ਕਰਨਾ ਤਾਂ ਇੱਕ ਪਲੇਸ ਉੱਤੇ ਛੱਡ ਕੇ ਨੈਕਸਟ ਤੋਂ ਸ਼ੁਰੂ ਕਰਕੇ ਲਿਖ ਲੈਣਾ ਐਂਡ ਅਗੇਨ ਯੂ ਵਿਲ ਐਡ ਦੈਮ। ਜਦੋਂ ਤੁਸੀਂ ਐਡ ਕੀਤਾ ਚੀਜ਼ ਆ ਗਈ ਤਾਂ ਇਹ ਕੀ ਹੈ ਇਹ ਸੈਕਿੰਡ ਸਟੈਪ ਆ ਗਿਆ ਮਤਲਬ ਪਾਵਰ 2 ਤੱਕ ਪ੍ਰੋਡਕਟ ਜਿਹੜੀ ਇਹ ਹੋਏਗੀ।
तो ਆਪਾਂ ਦੇਖਣਾ ਕਿ ਕੁਐਸਚਨ 'ਚ ਕਿੰਨੇ ਟਾਈਮਸ ਉਹਦੀ ਪਾਵਰ ਦਿੱਤੀ ਹੋਈ ਹੈ cos ਦੀ ਜਾਂ sin ਦੀ, ਜਿਹੜੀ ਲੈਸ ਵਾਲੀ ਪਾਵਰ ਆ। ਜਿਹੜੀ ਗ੍ਰੇਟਰ ਪਾਵਰ ਹੈ ਉਹਦੇ ਅਕੋਰਡਿੰਗਲੀ ਕੋਫੀਸ਼ੀਐਂਟ ਲਿਖ ਲੈਣੇ, ਜਿਹੜੀ ਲੈਸ ਪਾਵਰ ਆ ਉਹਨੂੰ ਆਪਾਂ ਮਲਟੀਪਲਾਈ ਕਰਨਾ, ਜਿੰਨੀ ਪਾਵਰ ਹੋਵੇ ਉਨੀ ਟਾਈਮਸ। ਸੋ 2 ਵਾਰੀ ਕਰ ਲਿਆ ਇੱਥੇ। ਉਸ ਤੋਂ ਬਾਅਦ ਹੁਣ ਟਵਾਈਸ ਮਲਟੀਪਲੀਕੇਸ਼ਨ ਤੋਂ ਬਾਅਦ ਸਾਡੇ ਕੋਲ ਆ ਗਿਆ, ਇਹਨੂੰ ਫਿਰ ਤੋਂ ਅੱਗੇ ਮਲਟੀਪਲਾਈ 1 1 ਨਾਲ ਕੀਤਾ, ਉਸ ਤੋਂ ਬਾਅਦ ਥਰਡ ਸਟੈਪ ਹੋ ਗਿਆ, ਫਿਰ 1 1 ਨਾਲ ਮਲਟੀਪਲਾਈ ਕੀਤਾ, ਫੋਰਥ ਸਟੈਪ ਹੋ ਗਿਆ, ਐਂਡ ਫਿਰ ਉਸ ਤੋਂ ਬਾਅਦ ਅਸੀਂ ਇਹਨੂੰ ਮਲਟੀਪਲਾਈ ਕੀਤਾ 4 ਸਟੈਪ ਤੋਂ ਬਾਅਦ, ਫਿਰ ਆ 5th ਸਟੈਪ ਆ ਗਿਆ। 5 ਸਟੈਪਸ ਤੋਂ ਬਾਅਦ ਜਿਹੜੇ ਕੋਫੀਸ਼ੀਐਂਟ ਆਏ ਆ, ਇਹ ਸਾਡੇ ਜਿਹੜਾ ਗਿਵਨ ਸੀਗਾ ਨਾ ਕੁਐਸਚਨ ਦਿਸ ਵਨ, ਇਹਦੇ ਕੋਫੀਸ਼ੀਐਂਟ ਆਣਗੇ, ਠੀਕ ਹੈ, ਕਿਉਂਕਿ ਇਹਦੇ ਕੋਫੀਸ਼ੀਐਂਟ ਲਿਖ ਲਏ, 5 ਟਾਈਮਸ ਇਹਨਾਂ ਮਲਟੀਪਲਾਈ ਕੀਤਾ। ਹੁਣ ਜਿਹੜੇ ਕੋਫੀਸ਼ੀਐਂਟ ਹੈ ਪ੍ਰੋਡਕਟ ਦੇ ਕੋਫੀਸ਼ੀਐਂਟ ਆ, ਤਾਂ ਉਹ ਕੋਫੀਸ਼ੀਐਂਟ ਲਿਖਣੇ ਆ ਨਾਲ x ਦੀ ਪਾਵਰ। ਹੁਣ ਦੇਖੋ ਕਿੰਨੀ ਆਏਗੀ ਟੋਟਲ x ਦੀ ਪਾਵਰ, ਜਿਹੜੀ ਮੈਕਸੀਮਮ ਆਏਗੀ 7 + 5 ਜਾਣੀ ਕਿ 12। ਤਾਂ 12 ਤੋਂ ਪਾਵਰ ਸ਼ੁਰੂ ਕਰਕੇ x ਦੀ ਅਸੀਂ 2 ਦੇ ਡਿਫਰੈਂਸ 'ਤੇ ਲਿਖੀ ਜਾਣਾ। ਸਾਨੂੰ ਪਤਾ ਹੈ ਕਿ ਜਦੋਂ ਆਪਾਂ ਇਹਨੂੰ ਮਲਟੀਪਲਾਈ ਕਰਦੇ ਹੁੰਦੇ ਹਾਂ, ਪਾਵਰ ਦਾ ਡਿਫਰੈਂਸ 2 ਦਾ ਆਉਂਦਾ ਹੈ, ਵੀ ਹੈਵ ਸੀਨ ਇਨ ਦੀ ਕੁਐਸਚਨਸ। ਅਤੇ ਹੁਣ ਆਪਾਂ ਇਹਨਾਂ ਨੂੰ ਜਿਹੜਾ ਆ ਉਹ ਕੋਫੀਸ਼ੀਐਂਟਸ ਨੂੰ ਲਿਖ ਲੈਂਦੇ ਹਾਂ ਕਿ ਇਹਦੀ ਐਕਸਪੈਂਸ਼ਨ ਜਦੋਂ ਕਰਦੇ ਹਾਂ ਤਾਂ ਕੋਫੀਸ਼ੀਐਂਟਸ ਆ ਗਏ ਸਾਡੇ ਕੋਲ। ਅਤੇ x ਦੀ ਪਾਵਰ 12 ਤੋਂ ਸ਼ੁਰੂ ਹੋ ਕੇ 12 10 8 6 4 ਇੱਦਾਂ ਕਰਕੇ ਸਾਰੀ ਲਿਖ ਲੈਣੀ ਹੈ। 12 ਤੋਂ ਲੈ ਕੇ -12 ਤੱਕ ਆਪਾਂ ਸਾਰੀ ਪਾਵਰਸ ਲਿਖਣੀ ਹੈ।